Hello everyone, welcome to all on Punjab Mentor YouTube channel. So today important ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ETT 994 ਭਰਤੀ 2022 ਰਿਲੇਟਡ। ਹਾਂਜੀ, ਸੋ ਇਸ ਸੰਬੰਧੀ ਆਪਾਂ ਜਿਹੜੀਆਂ ਤੁਹਾਡੀਆਂ ਕਲਾਸਿਸ ਸ਼ੁਰੂ ਕਰ ਦਿੱਤੀਆਂ ਹਨ, ਠੀਕ ਹੈ। ਉਸ ਰਿਲੇਟਡ ਬਹੁਤ ਜ਼ਿਆਦਾ ਕਮੈਂਟਸ ਆਉਂਦੇ ਹਨ ਕਿ ਤੁਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਨਾ, ਪੋਸਟਰ ਨਹੀਂ ਆਈਆਂ, ਨੋਟੀਫਿਕੇਸ਼ਨ ਨਹੀਂ ਆਇਆ, ਸਿਲੇਬਸ ਕੀ ਹੋਵੇਗਾ, ਠੀਕ ਹੈ। ਤਾਂ ਤੁਹਾਡੇ ਜਿਹੜੇ ਮਾਈਂਡ ਵਿੱਚ ਬਹੁਤ ਸਾਰੀਆਂ ਜਿਹੜੀਆਂ ਡਾਊਟਸ ਚੱਲ ਰਹੇ ਹਨ, ਠੀਕ ਹੈ। ਸੋ ਅੱਜ ਆਪਾਂ ਇਹ ਡਿਸਕਸ਼ਨ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੇ ਕੈਂਡੀਡੇਟਸ ਨੇ PS ਟੈਟ ਐਗਜ਼ਾਮ 2021 ਕਰੈਕ ਕਰ ਦਿੱਤਾ ਹੈ, ਸੋ ਉਹਨਾਂ ਲਈ ਇਹ ਇਨਫੋਰਮੇਸ਼ਨ ਇੰਪੋਰਟੈਂਟ ਹੈਗੀ ETT ਦੇ ਜਿਹੜੇ ਕੈਂਡੀਡੇਟਸ ਨੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਤੁਸੀਂ 994 ਪੋਸਟ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਠੀਕ ਹੈ। ਸੋ 994 ਪੋਸਟ ਸਿਲੇਬਸ ਤੁਹਾਡਾ ਕੀ ਰਹੇਗਾ, ETT 994 ਪੋਸਟ ਨੋਟੀਫਿਕੇਸ਼ਨ ਕਦੋਂ ਆ ਸਕਦਾ ਹੈ, ਅਫੀਸ਼ੀਅਲ ਵੀ ਚੈੱਕ ਕਰਾਂਗੇ, ਸਾਰਾ ਕੁਝ ਆਪਾਂ ਤੁਹਾਡੇ ਨਾਲ ਐਜ਼ ਇਟ ਡਿਸਕਸ਼ਨ ਕਰਾਂਗੇ। ਸੋ ਜਿਹੜੇ ਕੈਂਡੀਡੇਟਸ ਵੀ ETT ਕੇਡਰ ਦੇ ਹਨ, ਠੀਕ ਹੈ, ਜਿਨ੍ਹਾਂ ਨੇ ਵੀ 2 ਸਾਲ ਆਪਣਾ ETT ਕੋਰਸ ਕੀਤਾ ਹੈ, ਉਹ ਇਸ ਜਿਹੜੀ ਕਲਾਸ ਨੂੰ ਜ਼ਰੂਰ ਦੇਖਣ। ਇੰਪੋਰਟੈਂਟ ਕਲਾਸ ਤੁਹਾਡੇ ਲਈ ਰਹੇਗੀ, 5 ਮਿੰਟ ਦਾ ਸਮਾਂ ਕੱਢ ਕੇ, ਠੀਕ ਹੈ। ਸੋ ਜ਼ਿਆਦਾ ਆਪਾਂ ਗੱਲਾਂ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਮੂਵ ਕਰਦੇ ਹਾਂ ਕਿ ਤੁਸੀਂ ਜਿਹੜੀ ਤਿਆਰੀ ਸਟਾਰਟ ਕਰ ਦਿੱਤੀ ਹੈ, ਤੁਹਾਡੀ ਜਿਹੜੀ ਤਿਆਰੀ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ, ਠੀਕ ਹੈ। ਸੋ ਸਭ ਤੋਂ ਪਹਿਲਾਂ ਜਿਹੜੇ ਕੈਂਡੀਡੇਟਸ ਨੇ ਉਹ ਵੇਟ ਕਰ ਰਹੇ ਨੇ, ਠੀਕ ਹੈ, ਪੋਸਟਰ ਕਦੋਂ ਆਉਣਗੀਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ 994 ETT ਪੋਸਟਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਾਂ ਫਿਰ ਤੁਸੀਂ 994 ਪੋਸਟ ਆਉਣ ਤੋਂ ਬਾਅਦ ਤਿਆਰੀ ਸ਼ੁਰੂ ਕਰੋਗੇ, ਠੀਕ ਹੈ। ਇੰਪੋਰਟੈਂਟ ਸਵਾਲ ਹੈਗਾ, ਹਰ ਇੱਕ ਕੈਂਡੀਡੇਟ ਦੇ ਮਨ ਵਿੱਚ ਇਹ ਸਵਾਲ ਹੈਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤੁਸੀਂ ETT ਕੋਰਸ ਕੀਤਾ, ਜਿਸ ਦਾ, ਠੀਕ ਹੈ, 2 ਸਾਲ ਦੇ ਵਿੱਚ ਜਿਹੜਾ ਤੁਸੀਂ ਆਪਦਾ ਜਿਹੜਾ ਇਨਵੈਸਟਮੈਂਟ ਕੀਤੀ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਤਿਆਰੀ ਕਰਕੇ PS ਟੈਟ ਦਾ ਜਿਹੜਾ ਐਗਜ਼ਾਮ ਕਰੈਕ ਕੀਤਾ, ਠੀਕ ਹੈ। ਤਾਂ ਹੁਣ ਤੁਹਾਡੇ ਕੋਲ ਜਿਹੜਾ ਇਹ ਸਮਾਂ ਹੈਗਾ, ਵਿਹਲੇ ਬੈਠਣ ਦਾ ਸਮਾਂ ਬਿਲਕੁਲ ਨਹੀਂ ਹੈਗਾ, ਟਾਈਮ ਵੇਸਟ ਕਰਨ ਦਾ ਸਮਾਂ ਬਿਲਕੁਲ ਨਹੀਂ ਹੈਗਾ, ਠੀਕ ਹੈ। ਕੋਈ ਇਹ ਕਹੇਗਾ ਵੀ ਵੀਡੀਓ ਵਿਊ ਲਈ ਬਣਾਈਏ ਜਾਂ ਟਾਈਮ ਪਾਸ ਲਈ ਬਣਾਈਏ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਤੁਹਾਨੂੰ ਮੋਟੀਵੇਸ਼ਨ ਕਰਨਾ, ਠੀਕ ਹੈ, ਤੁਹਾਡੇ ਵਿੱਚ એનર્ਜੀ ਭਰਨਾ, ਠੀਕ ਹੈ, ਤੁਹਾਨੂੰ ਮਾਈਂਡ ਤੌਰ ਤੇ ਇਸ ਤਰ੍ਹਾਂ ਜਿਹੜਾ ਸੈੱਟ ਕਰਨਾ ਵੀ ਤੁਸੀਂ ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰ ਲਓ। ਇਸ ਜਿਹੜਾ ਵੀਡੀਓ ਦਾ ਮੋਟਿਵ ਹੈਗਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ, ਦੇਖੋ ਤੁਸੀਂ ਐਗਜ਼ਾਮ ਕਰੈਕ ਕਰ ਦਿੱਤਾ PS ਟੈਟ ਦਾ 2021 ਦੇ ਵਿੱਚ ਕਰਿਆ ਹੋਊਗਾ। ਬਹੁਤ ਸਾਰੇ ਕੈਂਡੀਡੇਟਸ ਨੇ ਪਹਿਲਾਂ ਕਰਿਆ ਹੋਊਗਾ ਜਿਨ੍ਹਾਂ ਦਾ 400 ਪੋਸਟਾਂ ਦੇ ਵਿੱਚ ਨੇਮ ਨਹੀਂ ਆਇਆ। ਕੋਈ ਗੱਲ ਨਹੀਂ, ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਸਭ ਤੋਂ ਪਹਿਲਾਂ ਤੁਸੀਂ ਆਪਣੀ ਜਿਹੜੀ ਤਿਆਰੀ ਹੈਗੀ ਉਸ ਨੂੰ ਸਟਾਰਟ ਕਰ ਦਿਓ 994 ਪੋਸਟਰ ਦੀ। ਕਈ ਕੈਂਡੀਡੇਟ ਕੀ ਹੁੰਦੇ ਹੈ, ਹਜੇ ਤਾਂ ਨੋਟੀਫਿਕੇਸ਼ਨ ਨਹੀਂ ਆਇਆ, ਠੀਕ ਹੈ। ਤਾਂ ਆਪਾਂ ਤਾਂ ਕਹਿੰਦੇ ਵੀ ਭਾਈ 994 ਪੋਸਟ ਆਉਣ ਤੋਂ ਬਾਅਦ ਤਿਆਰੀ ਸ਼ੁਰੂ ਕਰਾਂਗੇ, ਜੋ ਕਿ ਗਲਤ ਗੱਲ ਹੈਗੀ ਹੈ ਬਿਲਕੁਲ, ਠੀਕ ਹੈ। ਤੁਸੀਂ ਇੱਦਾਂ ਨਹੀਂ ਕਰਨਾ, ਬਿਲਕੁਲ ਨਹੀਂ ਕਰਨਾ, ਕਿਉਂਕਿ ਜਿਹੜਾ ਜਿੱਤਦਾ ਉਹੀ ਹੈ ਜਿਹੜਾ ਰੇਸ ਦੇ ਵਿੱਚ ਰਹੇਗਾ, ਰੇਸ ਲਗਾਉਂਦਾ ਰਹੇਗਾ, ਠੀਕ ਹੈ, ਆਪਣੀ ਤਿਆਰੀ ਕਰਦਾ ਰਹੇਗਾ। ਕਿਉਂਕਿ ਜਿਹੜਾ ਵੀ ਕੈਂਡੀਡੇਟ ਸਟੂਡੈਂਟ ਡੇ ਬਾਈ ਡੇ ਜਿਹੜਾ ਆਪਣੀ ਤਿਆਰੀ ਕਰਦਾ ਹੈਗਾ, ਠੀਕ ਹੈ, ਡੇ ਬਾਈ ਡੇ ਆਪਣੀ ਤਿਆਰੀ ਕਰਦਾ ਹੈਗਾ, ਉਸ ਦੇ ਵਿੱਚ ਨਿਖਾਰ ਆਉਂਦਾ ਜਾਂਦਾ ਹੈ, ਚੀਜ਼ਾਂ ਨੂੰ ਸਮਝਦਾ ਜਾਂਦਾ ਹੈ, ਅੰਡਰਸਟੈਂਡ ਕਰਦਾ ਜਾਂਦਾ ਹੈ, ਅੱਗੇ ਵੱਧਦਾ ਜਾਂਦਾ ਹੈ। ਪਹਿਲਾ ਮੇਨ ਪੁਆਇੰਟ ਅੱਜ ਦੀ ਵੀਡੀਓ ਦਾ ਇਹ ਹੈ ਵੀ ਆਪਣੀ ਤਿਆਰੀ ਸਟਾਰਟ ਕਰ ਦਿਓ। ਕਿਉਂਕਿ ਕਾਰਨ ਕੀ ਹੈ ਨਾ, ਜਿਹੜਾ ਹੁਣ ਸਮਾਂ ਹੈਗਾ, ਠੰਡ ਦਾ ਸਮਾਂ, ਸਰਦੀ ਦਾ ਸਮਾਂ, ਠੀਕ ਹੈ, ਇਸ ਦੇ ਵਿੱਚ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹੋ। ਆਪਣਾ ਟਾਈਮ ਸੈੱਟ ਕਰਕੇ ਟਾਈਮ ਪਲਾਨ ਬਣਾਓ, ਠੀਕ ਹੈ। ਤਾਂ ਉਸ ਅਕੋਰਡਿੰਗ ਆਪਣਾ ਜਿਹੜਾ ਸਟਾਰਟ ਕਰੋ, ਠੀਕ ਹੈ। ਕਿਉਂਕਿ ਅੱਗੇ ਜਿਹੜੀਆਂ ਪੋਸਟਰਸ ਆਉਣਗੀਆਂ, ਨੋਟੀਫਿਕੇਸ਼ਨ ਆਉਣਗੇ, ਗਾਹਾਂ ਐਗਜ਼ਾਮ ਪਤਾ ਨਹੀਂ ਕਿੰਨੇ ਸਮੇਂ ਬਾਅਦ ਹੋਣਗੇ, ਠੀਕ ਹੈ। ਤਾਂ ਅੱਜ ਤੋਂ ਤਿਆਰੀ ਸਟਾਰਟ ਕਰੋ, ਕਿਉਂਕਿ ਆਪਣੇ ਲਈ ਇੱਕ ਨੰਬਰ ਸਹਾਈ ਹੈਗਾ, ਠੀਕ ਹੈ, ਇੱਕ ਨੰਬਰ ਸਹਾਈ ਹੈਗਾ। ਕਿਉਂਕਿ ਕੈਂਡੀਡੇਟ ਹੁੰਦੇ ਨੇ, ਠੀਕ ਹੈ, ਤਾਂ ਆਪਾਂ ਇੱਕ ਨੰਬਰਾਂ ਤੇ ਰਹਿ ਜਾਂਦੇ ਹਾਂ, ਠੀਕ ਹੈ। ਕਿਉਂਕਿ ਹਰ ਇੱਕ ਜਿਹੜਾ ਕੈਂਡੀਡੇਟ ਸਟੂਡੈਂਟ ਆਪਣੇ ਵੱਲੋਂ ਤਿਆਰੀ ਪੂਰੀ 100% ਕਰ ਰਿਹਾ ਹੈ, ਠੀਕ ਹੈ। ਤਾਂ ਇਹ ਇੰਪੋਰਟੈਂਟ ਤੁਹਾਡੇ ਲਈ ਜਿਹੜੀ ਇਨਫੋਰਮੇਸ਼ਨ ਹੈ, ਠੀਕ ਹੈ, ਡਿਸਕਸ਼ਨ ਹੈ ਕਿ ਤੁਸੀਂ ਜਿਹੜੀ ਆਪਣੀ ਤਿਆਰੀ ਸਟਾਰਟ ਕਰਦੇ ਹੋ, ਪਹਿਲੀ ਗੱਲ। ਦੂਜੀ ਗੱਲ ਆਪਾਂ ਗੱਲ ਕਰਾਂਗੇ ਸਿਲੇਬਸ ਬਾਰੇ, ਠੀਕ ਹੈ। ਕਈ ਕੈਂਡੀਡੇਟ ਕਹਿੰਦੇ ਸਿਲੇਬਸ ਚੇਂਜ ਹੋਵੇਗਾ, ਇੱਦਾਂ ਹੋਵੇਗਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਉਸ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ, ਠੀਕ ਹੈ। ਤਾਂ ਸੈਕੰਡ ਜਿਹੜੀ ਗੱਲ ਹੈਗੀ ਕਿ ETT 994 ਪੋਸਟ ਸਿਲੇਬਸ ਕੀ ਰਹੇਗਾ, ਇੰਪੋਰਟੈਂਟ ਸਵਾਲ ਹੈਗਾ, ਠੀਕ ਹੈ। ਬਹੁਤ ਸਾਰੇ ਜਿਹੜੇ ਕੈਂਡੀਡੇਟਸ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਕਰਦੇ ਨੇ, ਸਿਲੇਬਸ ਕੀ ਰਹੇਗਾ, ਠੀਕ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਸਿਲੇਬਸ ਜਿਹੜਾ ਤੁਹਾਡਾ ਸੈਕਿੰਡ ਪੇਪਰ ਹੋਇਆ, ਤੁਹਾਡਾ 400 ਪੋਸਟ ਦਾ ਸਕਰੀਨਿੰਗ ਟੈਸਟ ਜਿਹੜਾ ਹੋਏਗਾ, ਉਹੀ ਸਿਲੇਬਸ ਸੇਮ ਰਹੇਗਾ, ਠੀਕ ਹੈ। ਉਹੀ ਸਿਲੇਬਸ ਤੁਹਾਡਾ ਸੇਮ ਰਹੇਗਾ, ਠੀਕ ਹੈ। ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਇਹ ਸਿਲੇਬਸ ਤੁਹਾਨੂੰ ਦਿਖ ਰਿਹਾ ਹੈਗਾ, ਠੀਕ ਹੈ। ਤਾਂ ਠੀਕ ਹੈ, ਤਾਂ ਤੁਹਾਡਾ ਜਿਹੜਾ ਸਿਲੇਬਸ ਤੁਹਾਡਾ ਹੁੰਦਾ ਹੈਗਾ, ਠੀਕ ਹੈ, ਉਸ ਦੇ ਵਿੱਚ ਪੰਜਾਬੀ, ਇੰਗਲਿਸ਼, ਸਾਇੰਸ, ਮੈਥ, ਠੀਕ ਹੈ, ਤਾਂ ਹਿੰਦੀ, ਠੀਕ ਹੈ, ਇਹ ਜਿਹੜੇ ਸਬਜੈਕਟਸ ਆਉਂਦੇ ਨੇ। ਤੁਹਾਡੇ ਕੋਲ 100 ਮਿੰਟ ਦਾ, ਠੀਕ ਹੈ, ਸਮਾਂ ਹੁੰਦਾ ਹੈਗਾ। 100 ਕੁਐਸਚਨ ਹੁੰਦੇ ਨੇ, ਮਤਲਬ ਇੱਕ ਕੁਐਸਚਨ ਲਈ 1 ਮਿੰਟ ਹੁੰਦਾ ਹੈਗਾ। ਕੁੱਲ ਅੰਕ ਵੀ ਤੁਹਾਡੇ 100 ਹੀ ਹੁੰਦੇ ਨੇ, 100 ਹੀ ਹੁੰਦੇ ਨੇ। ਤੁਹਾਡਾ ਸਿਲੇਬਸ ਇਹੀ ਰਹੇਗਾ, ਇਸ ਦੇ ਅਕੋਰਡਿੰਗ ਤੁਸੀਂ ਆਪਣੀ ਤਿਆਰੀ ਸ਼ੁਰੂ ਕਰ ਦੇਵੋ, ਠੀਕ ਹੈ। ਇਸ ਦੇ ਵਿੱਚ ਤਾਂ ਹਰ ਇੱਕ ਕੈਂਡੀਡੇਟ ਦੀ ਪਕੜ ਹੈ ਜਿਹੜੀ ਮਜ਼ਬੂਤ ਹੋਵੇਗੀ। ਇਹ 15 ਨੰਬਰਾਂ ਦੇ ਵਿੱਚ ਕੈਂਡੀਡੇਟ ਮਾਰਕ ਕਿੱਥੇ ਖਾਂਦੇ ਨੇ, ਸਾਇੰਸ ਦੇ ਵਿੱਚ, ਮੈਥ ਦੇ ਵਿੱਚ,
ਇਹਨਾਂ ਦੋਨਾਂ ਸਬਜੈਕਟਾਂ ਦੀ ਤਿਆਰੀ ਕਰਨ ਦਾ ਸਮਾਂ ਜਿਹੜਾ ਤੁਹਾਡੇ ਕੋਲੇ ਹੁਣ ਹੈਗਾ। ਠੀਕ ਹੈ, ਇਹਨਾਂ ਦੀ ਤਿਆਰੀ ਜੇਕਰ ਇਹਨਾਂ ਦੇ ਵਿੱਚੋਂ ਤੁਸੀਂ ਵਧੀਆ ਸਕੋਰ ਕੀਤਾ ਤਾਂ ਤੁਹਾਨੂੰ ਕੋਈ ਵੀ ਜਿਹੜਾ ਇਸ ਵੈਕੈਂਸੀ ਦੇ ਵਿੱਚ ਜੌਬ ਲੈਣ ਤੋਂ ਰੋਕ ਨਹੀਂ ਸਕਦਾ। ਠੀਕ ਹੈ, ਤਾਂ ਜਿਹੜੀ ਗੱਲ ਰਹੀ ਜੀ ਆਪਣੀ ਪੰਜਾਬੀ ਦੀ, ਪੰਜਾਬੀ ਆਪਣੀ 15 ਨੰਬਰ ਦੀ ਹੁੰਦੀ ਹੈ, ਜਿਸ ਵਿੱਚ ਪੰਜਾਬੀ ਭਾਸ਼ਾ, ਉਪਭਾਸ਼ਾ, ਵਿਆਕਰਨ, ਧੁਨੀ ਬੋਧ ਆਉਂਦਾ, ਉਸ ਦੇ ਵਿੱਚ ਸ਼ਬਦ ਬੋਧ, ਅਰਥ ਬੋਧ, ਵਾਕ ਬੋਧ, ਵਿਸ਼ਰਾਮ ਚਿੰਨ੍ਹ, ਅਣਡਿੱਠਾ ਪੈਰਾ ਆਵੇਗਾ, ਮੁਹਾਵਰੇ ਖਾਨਾ ਆਉਣਗੀਆਂ, ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ ਆਵੇਗਾ, ਪੱਧਰ 12ਵੀਂ ਤੱਕ ਦਾ। ਇਹ ਤੁਹਾਡਾ ਰਹੇਗਾ ਜੀ 15 ਮਾਰਕਸ ਦਾ ਪੰਜਾਬੀ ਦਾ ਸਿਲੇਬਸ। ਠੀਕ ਹੈ, ਮੇਨ ਟਾਰਗੇਟ ਤੁਸੀਂ ਲੈ ਕੇ ਚੱਲਣਾ ਹੈ ਸਾਇੰਸ ਮੈਥ। ਠੀਕ ਹੈ, ਇਹ ਸਕੋਰਿੰਗ ਹੈਗਾ, ਇੱਥੋਂ ਹੀ ਕੈਂਡੀਡੇਟ ਜਿਹੜੇ ਮਾਰਕ ਖਾਂਦੇ ਨੇ। ਠੀਕ ਹੈ, ਇੱਥੋਂ ਤੱਕ ਤਾਂ ਜਿਹੜੇ ਸਾਰੇ ਇਸ ਨੂੰ ਪ੍ਰਿਪੇਅਰ ਕਰ ਹੀ ਲੈਂਦੇ ਨੇ ਪੰਜਾਬੀ ਨੂੰ। ਨੈਕਸਟ ਗੱਲ ਆਉਂਦੀ ਜੀ ਇੰਗਲਿਸ਼ ਦੀ, ਇਹ ਵੀ ਇੰਪੋਰਟੈਂਟ ਹੈ ਤੁਹਾਡੇ ਲਈ। ਠੀਕ ਹੈ, ਕੰਪਰੀਹੈਂਸ਼ਨ ਆਫ ਐਨ ਅਨਸੀਨ ਜਿਹੜਾ ਤੁਹਾਨੂੰ ਪੈਸੇਜ ਆਵੇਗਾ। ਗ੍ਰਾਮਰ ਦੇ ਵਿੱਚ ਆਰਟੀਕਲਸ ਆਉਣਗੇ, ਪ੍ਰੈਪੋਜੀਸ਼ਨ ਆਉਣਗੇ, ਡਿਟਰਮੀਨੈਂਟਸ ਆਉਣਗੇ, ਕੰਜੰਕਸ਼ਨ ਆਉਣਗੇ, ਮੋਡਾਲਸ ਆਉਣਗੇ, ਐਰਰ ਕਰੈਕਸ਼ਨ ਆਏਗੀ। ਠੀਕ ਹੈ, ਵਰਡ ਸਟੈਂਸ ਇਸ ਦੇ ਵਿੱਚ ਹੋਣਗੇ, ਟੈਂਸਸ ਆਉਣਗੇ, ਵੌਇਸ ਐਂਡ ਨੇਸ਼ਨ ਆਉਣਗੇ, ਇੰਪੋਰਟੈਂਟ ਹੈ, ਇੱਥੋਂ ਤੁਸੀਂ ਨੰਬਰ ਗੇਨ ਕਰ ਸਕਦੇ ਹੋ। ਠੀਕ ਹੈ, ਟਰਾਂਸਫੋਰਮੇਸ਼ਨ ਆਫ ਸੈਂਟੈਂਸ ਐਂਡ ਕਲੌਜ਼ਸ ਆਉਣਗੀਆਂ। ਵੋਕੈਬਲਰੀ ਵੀ ਆਏਗੀ, ਜਿਸ ਦੇ ਵਿੱਚ ਵਨ ਵਰਡ ਸਬਸਟੀਟਿਊਸ਼ਨ ਆਉਣਗੇ, ਐਂਟੋਨੀਅਮ, ਸਿਨੋਨੀਅਮ ਆਉਣਗੇ, ਐਡੀਅਮਸ ਐਂਡ ਫਰੇਜ਼ਸ ਆਉਣਗੀਆਂ। ਇੱਕ ਤੁਹਾਨੂੰ ਆਏਗਾ ਜੀ ਟ੍ਰਾਂਸਲੇਸ਼ਨ ਕਰਨੀ ਹੈ ਪੰਜਾਬੀ ਟੂ ਇੰਗਲਿਸ਼, ਇੰਗਲਿਸ਼ ਟੂ ਪੰਜਾਬੀ। ਠੀਕ ਹੈ, ਇਹ ਆਏਗੀ, ਇਹ ਵੀ ਤੁਹਾਡਾ 15 ਮਾਰਕਸ ਦਾ ਰਹੇਗਾ। ਇਹ ਵੀ ਇੰਪੋਰਟੈਂਟ ਹੈਗਾ ਤੁਹਾਡੇ ਐਗਜ਼ਾਮ ਲਈ। ਠੀਕ ਹੈ, ਸੋ ਇਸ ਤੋਂ ਇਲਾਵਾ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ ਹਿੰਦੀ ਦੀ। ਠੀਕ ਹੈ, ਹਿੰਦੀ ਤੁਹਾਡੀ 15 ਮਾਰਕਸ ਦੀ ਆਵੇਗੀ। ਹਿੰਦੀ ਵੀ ਤੁਹਾਡੀ 15 ਮਾਰਕਸ ਦੀ ਆਵੇਗੀ, ਪੱਧਰ 12ਵੀਂ ਤੱਕ। ਠੀਕ ਹੈ, ਤਾਂ ਇਸ ਦੇ ਵਿੱਚ ਤੁਹਾਡੀ ਭਾਸ਼ਾ ਲਿਪੀ ਆਵੇਗੀ, ਵਰਨ ਵਿਚਾਰ, ਸ਼ਬਦ ਵਿਚਾਰ, ਵਕਾਰੀ ਸ਼ਬਦ, ਸੰਜਾ, ਸਵਜਨਾਮ, ਵਿਸ਼ੇਸ਼ਣ, ਕਿਰਿਆ, ਅਵਕਾਰੀ ਸ਼ਬਦ, ਕਿਰਿਆ ਵਿਸ਼ੇਸ਼ਣ, ਸੰਬੰਧ, ਬੋਧਕ, ਯੋਜਕ ਐਂਡ ਵਿਸਮ ਜਾਂ ਬੋਧਕ। ਠੀਕ ਹੈ, ਪ੍ਰੈਵਾਚੀ ਆਉਣਗੇ, ਤਦਭਵ, ਤत्सम, उपसर्ग आएंगे। ठीक है, अनेक शब्दों के लिए एक शब्द, अनेकार्थ शब्द, विलोम शब्द, ऑपोजिट शब्द, शुद्ध शब्द, वाक्य शुद्धि, मुहावरे एंड लोकपति आउणगीਆਂ। पंजाबी से हिंदी में ਜਿਹੜਾ ਤੁਹਾਨੂੰ ਅਨੁਵਾਦ ਕਰਨਾ ਆਏਗਾ। ਠੀਕ ਹੈ, ਇਹ ਤੁਹਾਡਾ ਜਿਹੜਾ ਹਿੰਦੀ ਦੇ ਵਿੱਚ ਆਏਗਾ। ਠੀਕ ਹੈ, ਇੰਪੋਰਟੈਂਟ ਜਿਹੜੇ ਟੌਪਿਕ ਇਹਨਾਂ ਦੁਆਰਾ ਆਪਾਂ ਨੂੰ ਦਿੱਤੇ ਗਏ ਨੇ। ਠੀਕ ਹੈ, ਇਹ ਵੀ ਜਿਹੜਾ ਤੁਹਾਡਾ ਰਹੇਗਾ ਪੱਧਰ 10ਵੀਂ ਤੱਕ ਦਾ ਰਹੇਗਾ। ਸੋ ਨੈਕਸਟ ਜੀ ਇੰਪੋਰਟੈਂਟ, ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਇੱਕ ਤਾਂ ਜ਼ਿਆਦਾ ਸਕੋਰਿੰਗ ਹੈ ਕਿਉਂਕਿ ਇਸ ਦੇ ਵਿੱਚ 5 ਨੰਬਰ ਦਾ ਜ਼ਿਆਦਾ ਆਵੇਗਾ। ਠੀਕ ਹੈ, 20 ਨੰਬਰ ਦਾ ਆਵੇਗਾ ਮੈਥ, ਇੱਥੋਂ ਤੁਸੀਂ ਸਕੋਰ ਕਰਨਾ ਹੈ। ਇੱਕ ਸਾਇੰਸ ਆਵੇਗੀ 20 ਨੰਬਰ ਦੀ। ਇਹ ਦੋ ਸਕੋਰਿੰਗ ਨੇ ਜਿੱਥੋਂ ਤੁਸੀਂ ਆਪਣਾ ਜਿਹੜਾ ਐਗਜ਼ਾਮ ਕਰੈਕ ਕਰ ਸਕਦੇ ਹੋ। ਠੀਕ ਹੈ, ETT ਦਾ ਇਹਨਾਂ ਦੇ ਵਿੱਚੋਂ ਸਕੋਰ ਕਰਕੇ। ਇਸ ਦੇ ਵਿੱਚ ਤੁਹਾਡੀ ਸੰਖਿਆ ਪ੍ਰਣਾਲੀ ਆਵੇਗੀ, ਵਾਸਤਵਿਕ ਸੰਖਿਆਵਾਂ ਆਉਣਗੀਆਂ, ਬਹੁਪਦੀਆਂ ਆਉਣਗੀਆਂ, ਦੋ ਚਲਾਂ ਵਿੱਚ ਰੇਖੀ ਸਮੀਕਰਨਾਂ, ਸਮੀਕਰਨਾਂ ਦੇ ਜੋੜੇ, ਦੋ ਘਾਤੀ ਸਮੀਕਰਨਾਂ, ਅੰਕ ਗਣਿਤਕ ਲੜੀਆਂ। ਠੀਕ ਹੈ, ਯੂਕਲਿਡ ਦੀ ਜਿਹੜੀ ਜਮੈਤੀ ਆਵੇਗੀ ਤੁਹਾਨੂੰ। ਠੀਕ ਹੈ, ਰੇਖਾਵਾਂ ਐਂਡ ਕੋਣ, ਤ੍ਰਿਭੁਜ ਐਂਡ ਚਤੁਰਭੁਜ, ਚੱਕਰ, ਚਤੁਰਭੁਜਾਂ, ਤ੍ਰਿਭੁਜਾਂ ਦੇ ਖੇਤਰਫਲ। ਦੇਖੋ ਇਹ ਦੋਨੋਂ ਚੀਜ਼ਾਂ ਮੈਂ ਸਟਾਰਟ ਕਰ ਦਿੱਤੀਆਂ। ਇੱਕ ਤਾਂ ਇਹ ਆਪਣੇ ਚੈਨਲ ਤੇ ਸਟਾਰਟ ਹੋ ਚੁੱਕੀ ਹੈ, ਇਹ ਵੀ ਤੁਹਾਨੂੰ ਚੈਨਲ ਤੇ ਕਰਵਾਈ ਜਾਵੇਗੀ, ਇਹ ਵੀ ਤੁਹਾਨੂੰ ਚੈਨਲ ਤੇ ਕਰਵਾਈ ਜਾਵੇਗੀ। ਇਹ ਇੰਪੋਰਟੈਂਟ ਚੈਪਟਰ ਨੇ, ਹੀਰੋ ਦਾ ਸੂਤਰ, ਇਹ ਵੀ ਤੁਹਾਨੂੰ ਕਰਵਾਵਾਂਗੇ। ਠੀਕ ਹੈ, ਸੋ ਇੰਪੋਰਟੈਂਟ ਨੇ ਨਿਰਦੇਸ਼, ਅੰਕ ਜਮੈਤੀ, ਤ੍ਰਿਕੋਣ ਮਿਤੀ, ਇਸ ਦੇ ਪ੍ਰਯੋਗ, ਰਚਨਾਵਾਂ। ਮੈਥ ਆਪਣਾ ਜਿਹੜਾ ਚੈਨਲ ਤੇ ਸਟਾਰਟ ਹੋ ਚੁੱਕਿਆ, ਸਾਰੇ ਜਾਣੇ ਕਲਾਸਿਸ ਸਟਾਰਟ ਕਰ ਦੇਵੋ। ਠੀਕ ਹੈ, 4 ਕਲਾਸਿਸ ਜਿਹੜੀਆਂ ਡਨ ਹੋ ਚੁੱਕੀਆਂ ਨੇ। ਸੋ ਹੀਰੋ ਦਾ ਸੂਤਰ ਆਵੇਗਾ ਸਤਹੀ ਖੇਤਰਫਲ ਐਂਡ ਐਤਨ ਆਵੇਗਾ ਏਰੀਆ ਐਂਡ ਵੋਲਿਊਮ। ਚੱਕਰ ਨਾਲ ਸੰਬੰਧਿਤ ਖੇਤਰਫਲ ਆਉਣਗੇ, ਅੰਕੜਾ ਵਿਗਿਆਨ। ਤੁਹਾਨੂੰ ਜਿਹੜਾ ਐਗਜ਼ਾਮ ਦਾ ਤੁਹਾਡੇ ਟੌਪਿਕਸ ਜਿਹੜੇ ਮੈਥ ਦੇ ਵਿੱਚ ਰਹਿਣਗੇ। ਠੀਕ ਹੈ, ਇੰਪੋਰਟੈਂਟ ਟੌਪਿਕ ਨੇ, ਸਾਰੇ ਸਕੋਰਿੰਗ ਨੇ। ਜਿਹੜੇ ਕੈਂਡੀਡੇਟਸ ਇੱਕ ਵਾਰ ਸਮਝ ਗਏ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਨਹੀਂ ਆਵੇਗੀ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਪੋਸੀਬਿਲਿਟੀ, ਪ੍ਰੋਬੇਬਿਲਿਟੀ ਜਿਹੜਾ ਸੰਭਾਵਨਾ ਵਾਲਾ ਚੈਪਟਰ ਵੀ ਆਵੇਗਾ। ਨੈਕਸਟ ਇੰਪੋਰਟੈਂਟ ਚੈਪਟਰ ਹੈ ਜਿੱਥੋਂ ਜਿਹੜਾ ਤੁਸੀਂ ਸਕੋਰ ਕਰਨਾ ਹੈਗਾ ਸਾਇੰਸ ਇੰਪੋਰਟੈਂਟ ਹੈ ਜੀ। ਠੀਕ ਹੈ, ਸਾਇੰਸ ਇੰਪੋਰਟੈਂਟ ਹੈਗੀ, 20 ਨੰਬਰ ਦੀ ਤੁਹਾਨੂੰ ਆਵੇਗੀ, ਜਿਸ ਦੇ ਵਿੱਚ ਮੋਸ਼ਨ ਆਵੇਗਾ, फोर्स एंड लॉ ऑफ मोशन आउणगे, ग्रेविटेशन, वर्क एंड एनर्जी, साउंड, लाइट, रिफ्लेक्शन एंड रिफ्रैक्शन, इलैक्ट्रिसिटी, मैग्नेटिज्म, सोर्स ऑफ एनर्जी, मैटर इन आवर सराउंडिंग्स। ठीक है, एटम्स एंड मॉलिक्यूल्स आउणगे, कैमिकल रिएक्शन आउणगे, इक्वेशन आउणगे। ज़्यादा इंपॉर्टेंट तुहाडे लई केमिस्ट्री हैगी क्योंकि तुहाडा जिहड़ा प्रीवियस एग्जाम होया केमिस्ट्री दे विच जिहड़े ज़्यादा नंबर दा तुहानूं आएगा। एसिड बेसिस साल्ट्स आउणगे, मैटल्स एंड नॉन मैटल्स आउणगे, कार्बन एंड इट्स कंपाउंड्स आउणगे, फंडामेंटल यूनिट ऑफ लाइफ आउणगियां, टिश्यूज। ठीक है, डाइवर्सिटी ऑफ लिविंग ऑर्गेनिज्म। ठीक है, इंपॉर्टेंट ने। बायोलॉजी के चैप्टर्स भी तुहानूं आउणगे, इस दे विच देखण नूं मिलणगे। फिजिक्स दे विच भी मोशन। ठीक है, इस तरह चैप्टर जिहड़े तुहानूं देखण नूं मिलणगे। नैक्सट आपां इस दे विच जिहड़े होर जिहड़े तुहाडे चैप्टर रह चुके ने, जिस दे विच तुहानूं इंपॉर्टेंट चैप्टर्स तुहाडे एग्जाम दे विच आ सकदे ने। वाई डू वी फॉल इल, ये आवेगा। नेचर एंड सोर्स चैप्टर आवेगा। इंप्रूवमेंट इन फूड रिसोर्सिज, लाइफ प्रोसैस, कंट्रोल एंड कोऑर्डिनेशन, रिप्रोडक्शन इन ऑर्गेनिज्म, हैरिडिटी एंड एवोल्यूशन, द ह्यूमन आई एंड कलरफुल ब्लाइंड। ठीक है, तुहानूं जिहड़े इस तो विच भी आउणगीਆਂ ने अपने अखां रिलेटेड। ठीक है, की बीमारियां हुंदियां ने, की कुछ हुंदा है, सारे तुहानूं साइंस दे विच आवेगा। सो इस दे विच तुसीं स्कोर कर लवोगे, तुहाडे लई ईजी हैगा। सोशल साइंस 15 नंबर, जिस दे विच भूगोल दे विच जोग्राफी तुहानूं आपां चैनल ते करवा देवांगे बहुत वधिया तरीके नाल। भारत एक जाण पछाण, धरातल, जलवायु, कुदरती वनस्पति, जीव जंतु, मिट्टी, भूमि की वरतों अते खेतीबाड़ी,
ਖਣਿਜ ਪਦਾਰਥ ਅਤੇ ਸ਼ਕਤੀ ਸਾਧਨ ਜਨਸੰਖਿਆ। ਇਹ ਤੁਹਾਡਾ ਭੂਗੋਲ ਦਾ ਇੰਪੋਰਟੈਂਟ ਜਿਹੜੇ ਟੌਪਿਕਸ ਇਹਨਾਂ ਦੁਆਰਾ ਆਪਾਂ ਨੂੰ ਦਿੱਤੇ ਗਏ ਨੇ, ਠੀਕ ਹੈ। ਤੁਹਾਡਾ ਸਿਲੇਬਸ ਜੀ ਸੇਮ ਹੀ ਰਹੇਗਾ, ਇਸ ਤੋਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਅਰਥ ਸ਼ਾਸਤਰ ਦੀ, ਜਿਸ ਦੇ ਵਿੱਚ ਮੁੱਢਲੀਆਂ ਧਾਰਨਾਵਾਂ, ਭਾਰਤੀ ਅਰਥ ਵਿਵਸਥਾ ਦੇ ਆਰਥਿਕ ਆਧਾਰਕ ਸੰਰਚਨਾ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ, ਭਾਰਤ ਵਿੱਚ ਉਦਯੋਗਿਕ ਵਿਕਾਸ, ਭਾਗ ਈਡੀ ਵਿੱਚ ਇਤਿਹਾਸ। ਇੰਪੋਰਟੈਂਟ ਹੈ ਜੀ ਪੰਜਾਬ ਜੀ, ਕਿ ਇਹ ਸਾਰੇ ਕੈਂਡੀਡੇਟਸ ਨੂੰ ਆਉਂਦੀ ਹੋਵੇਗੀ। ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ, ਉਹਨਾਂ ਦਾ ਇਸ 'ਤੇ ਪ੍ਰਭਾਵ, ਇਹ +2 ਦੇ ਜਿਹੜੀ ਕਲਾਸ ਦੀ ਬੁੱਕ ਵਿੱਚ ਹੈਗਾ ਸਾਰਾ ਕੁਝ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ, ਗੁਰੂ ਨਾਨਕ ਦੇਵ ਜੀ ਤੋਂ ਉਹਨਾਂ ਦੀਆਂ ਸਿੱਖਿਆਵਾਂ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ, ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ, ਰਣਜੀਤ ਸਿੰਘ ਮੁੱਢਲਾ ਜੀਵਨ, ਪ੍ਰਾਪਤੀਆਂ, ਅੰਗਰੇਜ਼ਾਂ ਨਾਲ ਸੰਬੰਧ, ਅੰਗਰੇਜ਼ਾਂ ਤੇ ਸਿੱਖਾਂ ਦੇ ਯੁੱਧ, ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ, ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੀ ਦੇਣ। ਇੰਪੋਰਟੈਂਟ ਚੈਪਟਰ 'ਚ ਤੁਹਾਨੂੰ ਜਿਹੜੇ ਆਉਣਗੇ, ਠੀਕ ਹੈ। ਸੋ ਇਹ ਤੁਹਾਨੂੰ ਸਾਰੇ ਚੈਪਟਰ 'ਚ ਆਉਂਦੇ ਹੋਣਗੇ। ਇਸ ਤੋਂ ਇਲਾਵਾ ਤੁਹਾਡੇ ਕੋਲ ਨਾਗਰਿਕ ਸ਼ਾਸਤਰ ਆਵੇਗੀ, ਪੋਲੀਟੀਕਲ ਸਾਇੰਸ ਆਵੇਗੀ, ਲੋਕਤੰਤਰ ਆਵੇਗਾ, ਸੰਵਿਧਾਨ ਵਿੱਚ ਜਿਹੜੇ ਤੁਹਾਡੇ ਫੰਡਾਮੈਂਟਲ ਰਾਈਟਸ ਨੇ ਉਹ ਆਉਣਗੇ, ਠੀਕ ਹੈ। ਇੰਡੀਅਨ ਕਨਸਟੀਟਿਊਸ਼ਨ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਕੇਂਦਰ ਸਰਕਾਰ, ਰਾਜ ਸਰਕਾਰ, ਭਾਰਤੀ ਲੋਕਤੰਤਰ ਦਾ ਸਰੂਪ, ਭਾਰਤ ਦੀ ਵਿਦੇਸ਼ ਨੀਤੀ, ਇਹ ਤੁਹਾਡਾ ਜਿਹੜਾ ਸਿਲੇਬਸ ਰਹੇਗਾ, ਠੀਕ ਹੈ। ਤੁਹਾਡਾ ਸਾਇੰਸ ਤੇ ਜਿਹੜਾ ਮੈਥ ਹੈ ਇਹ ਇੰਪੋਰਟੈਂਟ ਰਹੇਗਾ। ਇਸ ਦੀ ਤੁਸੀਂ ਆਪਣੀ ਤਿਆਰੀ ਸਟਾਰਟ ਕਰ ਦੇਵੋ, ਠੀਕ ਹੈ। ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ, ਤੁਹਾਡਾ ਜਿਹੜਾ ਬਿਲਕੁਲ ਇਹੀ ਜਿਹੜਾ ਸਿਲੇਬਸ ਰਹੇਗਾ। ਇਸ ਤੋਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ 994 ਪੋਸਟ ਕਦੋਂ ਤੱਕ ਆ ਸਕਦੀਆਂ ਹਨ। ਇੰਪੋਰਟੈਂਟ ਜਿਹੜਾ ਤੁਹਾਡੇ ਸਾਰਿਆਂ ਦਾ ਸਵਾਲ ਹੈਗਾ, ਕਿਉਂਕਿ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਵੀ ਗਵਰਨਮੈਂਟ ਦੁਆਰਾ ਕਿਹਾ ਗਿਆ ਸੀਗਾ ਕਿ 10,000 ਪਲੱਸ ਰਿਕਰੂਟਮੈਂਟ ਆਉਣਗੀਆਂ, ਜਿਸ ਦੇ ਵਿੱਚ ਮਾਸਟਰ ਕੇਡਰਸ ਐਂਡ ਈਟੀਟੀ ਦੀਆਂ ਰਿਕਰੂਟਮੈਂਟ ਆਉਣਗੀਆਂ। ਬਟ ਉਹਨਾਂ ਨੇ ਜਿਹੜੀਆਂ ਮਾਸਟਰ ਕੇਡਰ ਦੀਆਂ ਨੇ ਉਹ ਰਿਕਰੂਟਮੈਂਟ ਤਾਂ ਡਨ ਕਰ ਦਿੱਤੀਆਂ ਨੇ, ਬਟ ਜਿਹੜੀਆਂ ਇਹ ਵਾਲੀਆਂ ਈਟੀਟੀ ਦੀਆਂ ਨੇ 994 ਰਿਕਰੂਟਮੈਂਟ ਇਹ ਪੈਂਡਿੰਗ ਹਨ, ਠੀਕ ਹੈ। ਇਹ ਵਾਲੀਆਂ ਜਿਹੜੇ ਰਿਕਰੂਟਮੈਂਟ ਹਨ ਇਹ ਪੈਂਡਿੰਗ ਹਨ, ਠੀਕ ਹੈ। ਤਾਂ ਕੈਂਡੀਡੇਟ ਇਹਨਾਂ ਰਿਕਰੂਟਮੈਂਟ ਦੀ ਵੇਟ ਕਰ ਰਹੇ ਹਨ। ਮੈਂ ਪਹਿਲੀ ਗੱਲ ਤੁਹਾਨੂੰ ਇਹ ਕੀਤੀ ਵੀ ਭਾਈ ਆਪਣੀ ਤਿਆਰੀ ਸਟਾਰਟ ਰੱਖੋ, ਠੀਕ ਹੈ। ਤਾਂ ਫਿਲਹਾਲ ਦੇਖੋ ਆਪਣਾ ਮੇਨ ਟਾਰਗੇਟ ਹੈ ਆਪਣੀ ਐਗਜ਼ਾਮ ਦੀ ਤਿਆਰੀ ਹੋਣਾ, ਠੀਕ ਹੈ। 994 ਪੋਸਟ ਕਦੋਂ ਤੱਕ ਆ ਸਕਦੀਆਂ, ਸਭ ਤੋਂ ਪਹਿਲਾਂ ਆਪਾਂ ਅਫੀਸ਼ੀਅਲ ਸਾਈਟ ਤੇ ਵੀ ਚੈੱਕ ਕਰ ਲੈਂਦੇ ਹਾਂ ਵੀ ਕੀ ਜਿਹੜੀ ਇਹਨਾਂ ਦੁਆਰਾ ਆਪਾਂ ਨੂੰ ਅਪਡੇਟ ਚੱਲ ਰਹੀ ਹੈ। ਸੋ ਹਾਂਜੀ, ਜਿਹੜਾ ਅਫੀਸ਼ੀਅਲ ਸਾਈਟ ਤੇ ਹੈਗਾ ਇਸ ਸੰਬੰਧੀ ਫਿਲਹਾਲ ਕੋਈ ਅਪਡੇਟ ਇਹਨਾਂ ਦੁਆਰਾ ਨਹੀਂ ਦਿੱਤੀ ਗਈ, ਠੀਕ ਹੈ। ਤਾਂ ਇੰਪੋਰਟੈਂਟ ਜਿਹੜੀ ਅਪਡੇਟ ਇਹੀ ਹੈ ਵੀ ਜਿਹੜੀਆਂ ਆਪਣੀਆਂ ਪਹਿਲਾਂ ਵਾਲੀਆਂ ਪੋਸਟਾਂ ਮਾਸਟਰ ਕੇਡਰ ਦੀਆਂ ਆਊਟ ਹੋਈਆਂ ਨੇ, ਆਫਟਰ ਦੈਟ ਇਹਨਾਂ ਦੁਆਰਾ ਈਟੀਟੀ 994 ਜਿਹੜੀਆਂ ਰਿਕਰੂਟਮੈਂਟ ਹਨ ਇਹਨਾਂ ਦੁਆਰਾ ਕੋਈ ਵੀ ਆਪਾਂ ਨੂੰ ਇਹਨਾਂ ਦੁਆਰਾ ਅਪਡੇਟ ਨਹੀਂ ਦਿੱਤੀ ਗਈ। ਫਿਲਹਾਲ ਤੁਸੀਂ ਆਪਣੀ ਐਗਜ਼ਾਮ ਦੀ ਤਿਆਰੀ ਰੱਖੋ, ਠੀਕ ਹੈ। ਮੇਨ ਟਾਰਗੇਟ ਐਗਜ਼ਾਮ ਹੈਗਾ, ਠੀਕ ਹੈ, ਕਿਉਂਕਿ ਸਾਰੇ ਕੈਂਡੀਡੇਟਸ ਤਿਆਰੀ ਕਰ ਰਹੇ ਹਨ। ਹਰ ਇੱਕ ਨੂੰ ਜਿਹੜੀ ਜੌਬ ਲਈ ਹੈ ਨਾ ਜਿਹੜਾ ਸਟਰਗਲ ਜਾਂ ਆਪਣੀ ਤਿਆਰੀ ਪ੍ਰਿਪੇਅਰ ਕਰਨੀ ਪਵੇਗੀ ਪੂਰੇ ਵਧੀਆ ਤਰੀਕੇ ਨਾਲ। ਜਦੋਂ ਵੀ ਕੋਈ ਅਪਡੇਟ ਆਈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਫਿਲਹਾਲ ਆਉਣਗੀਆਂ ਜ਼ਰੂਰ, ਠੀਕ ਹੈ। ਅੱਜ ਨਹੀਂ ਕੱਲ੍ਹ ਪੋਸਟਰ ਜ਼ਰੂਰ ਆਉਣਗੀਆਂ, ਉਮੀਦ ਰੱਖੋ, ਠੀਕ ਹੈ। ਤੇ ਆਪਣੀ ਤਿਆਰੀ ਨੂੰ ਕੰਟੀਨਿਊ ਕਰਦੇ ਰਹੋ, ਠੀਕ ਹੈ। ਤਾਂ ਜਿਹੜੀਆਂ ਪੋਸਟਾਂ ਸਕਦੀਆਂ ਨੇ ਉਹ ਜਲਦੀ ਸਕਦੀਆਂ ਨੇ, ਠੀਕ ਹੈ। ਆਫਟਰ ਕਾਊਂਟ ਆਫ ਕੰਡਕਟ ਵੀ ਆ ਸਕਦੀਆਂ ਨੇ, ਪਹਿਲਾਂ ਵੀ ਆ ਸਕਦੀਆਂ ਨੇ, ਮੇ ਵੀ ਕੁਝ ਵੀ ਹੋ ਸਕਦਾ ਇਨ ਫਿਊਚਰ। ਉਸ ਸੰਬੰਧੀ ਤੁਹਾਨੂੰ ਜ਼ਰੂਰ ਅਪਡੇਟ ਸ਼ੇਅਰ ਕਰਾਂਗੇ। ਆਪਣੀ ਤਿਆਰੀ ਜ਼ਰੂਰ ਕਰਦੇ ਰਹੋ। ਮੇਨ ਟਾਰਗੇਟ ਵੀਡੀਓ ਦਾ ਇਹੀ ਸੀਗਾ ਵੀ ਸਾਰੇ ਕੈਂਡੀਡੇਟ ਤਿਆਰੀ ਕਰਦੇ ਰਹਿਣ, ਤੇ ਆਪਣੇ ਚੈਨਲ 'ਤੇ ਕਲਾਸਿਸ ਵੀ ਅਪਲੋਡ ਹਨ, ਮਨਸੂਰੇਸ਼ਨ ਦੀਆਂ ਸਟਾਰਟ ਹੋ ਚੁੱਕੀਆਂ ਨੇ, ਈਟੀਟੀ ਦੀ ਤਿਆਰੀ ਉਹ ਵੀ ਜ਼ਰੂਰ ਅਟੈਂਡ ਕਰੋ। ਸੋ ਥੈਂਕਸ ਫॉर ਵਾਚਿੰਗ, ਟੇਕ ਕੇਅਰ।